Good morning. Today we are going to start a new topic. What is capacitor and what is its principle? Capacitor ਕੀ ਹੈ ਤੇ ਇਹ ਕਿਸ ਪ੍ਰਿੰਸੀਪਲ ਤੇ ਉੱਤੇ ਇਹ ਬੇਟਾ ਕੰਮ ਕਰਦਾ ਹੈ, ਇਹਦੇ ਬਾਰੇ ਬੇਟਾ ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਲਾਸਟ ਜਿਹੜੇ ਅਸੀਂ ਬੇਟਾ 2 ਲੈਕਚਰ ਦੇਖੇ ਉਹਦੇ ਵਿੱਚ ਅਸੀਂ ਪੜਿਆ ਕਿ ਜੇਕਰ ਅਸੀਂ ਚਾਰਜ ਨੂੰ ਸਟੋਰ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਇੱਕ ਕੰਡਕਟਰ ਦੀ ਲੋੜ ਪੈਂਦੀ ਹੈ। ਕੋਈ ਵੀ ਕੰਡਕਟਰ ਜਿਹੜਾ ਹੈ ਆਪਣੇ ਉੱਪਰ ਚਾਰਜ ਸਟੋਰ ਕਰ ਸਕਦਾ ਹੈ ਬੇਟਾ ਅਕੋਰਡਿੰਗ ਟੂ ਇਟਸ ਕੈਪੈਸਿਟੀ। ਉਹਦੀ ਕੈਪੈਸਿਟੀ ਕਿੰਨੀ ਹੈ ਉਹਦੇ ਅਕੋਰਡਿੰਗ ਉਹ ਆਪਣੇ ਉੱਪਰ ਚਾਰਜ ਜਿਹੜਾ ਹੈ ਉਹ ਸਟੋਰ ਕਰ ਸਕਦਾ ਹੈ। ਤੇ ਅਸੀਂ ਇੱਕ ਫਾਰਮੂਲਾ ਵੀ ਅਸੀਂ ਡਿਸਕਸ ਕੀਤਾ, Q is equal to CV. Q is the charge stored on the conductor and C is its capacity and V is the potential developed, ਜਿਹੜਾ ਉਹਦਾ ਬੇਟਾ potential ਵੱਧ ਗਿਆ। Now in today's topic there is a new word that is capacitor. What is capacitor? ਬੇਟਾ capacitor ਵੀ ਜਿਹੜਾ ਹੈ ਇੱਕ ਡਿਵਾਈਸ ਹੈ ਜਿਹੜਾ ਆਪਣੇ ਉੱਪਰ ਚਾਰਜ ਹੀ ਸਟੋਰ ਕਰਦਾ ਹੈ, ਪਰ ਇਸ ਦੀ ਕੈਪੈਸਿਟੀ ਜਿਹੜੀ ਹੈ ਇੱਕ ਸਿੰਗਲ ਕੰਡਕਟਰ ਦੇ ਨਾਲੋਂ ਕਾਫੀ ਜ਼ਿਆਦਾ ਹੁੰਦੀ ਹੈ। ਕੰਡਕਟਰ ਨੇ ਆਪਣੇ ਉੱਤੇ ਚਾਰਜ ਸਟੋਰ ਕੀਤਾ, ਉਹਦੀ ਇੱਕ ਲਿਮਿਟ ਹੈ ਜਿੰਨਾ ਚਾਰਜ ਸਟੋਰ ਕਰ ਸਕਦਾ ਹੈ, ਉਸ ਤੋਂ ਵੱਧ ਨਹੀਂ ਕਰੇਗਾ। ਜੇ ਜ਼ਿਆਦਾ ਚਾਰਜ ਨੂੰ ਸਟੋਰ ਕਰਨ ਦੀ ਕੋਸ਼ਿਸ਼ ਕਰੋਗੇ ਤੇ ਉਹ ਚਾਰਜ ਜਿਹੜਾ ਹੈ 에ਅਰ ਵਿੱਚ ਬੇਟਾ ਲੀਕ ਕਰਨਾ ਸ਼ੁਰੂ ਹੋ ਜਾਂਦਾ ਹੈ। ਤੇ ਜੇ ਉਸ ਕੰਡਕਟਰ ਦੀ ਕੈਪੈਸਿਟੀ ਜਿਹੜੀ ਹੈ ਵਧਾਉਣੀ ਚਾਹੁੰਦੇ ਹਾਂ ਕਿ ਜ਼ਿਆਦਾ ਚਾਰਜ ਸਟੋਰ ਹੋ ਸਕੇ ਤੇ ਸਾਨੂੰ ਬੇਟਾ ਇੱਕ ਜਿਹੜਾ ਹੈ ਨਵਾਂ ਡਿਵਾਈਸ ਵਰਤਣਾ ਪਏਗਾ ਜਿਸ ਨੂੰ ਅਸੀਂ ਬੋਲਦੇ ਹਾਂ ਕੈਪੈਸਿਟਰ। ਤੇ ਕੈਪੈਸਿਟਰ ਬੇਟਾ ਕੋਈ ਨਵੀਂ ਚੀਜ਼ ਨਹੀਂ ਹੈ, ਇਟ ਇਜ਼ ਜਸਟ ਐਨ ਅਰੇਂਜਮੈਂਟ ਆਫ 2 ਪਲੇਟਸ। 2 ਪਲੇਟਸ ਜਿਹੜੀਆਂ ਨੇ ਉਹਨਾਂ ਨੂੰ ਇੱਕ ਦੂਸਰੇ ਦੇ ਪੈਰਲਲ ਰੱਖ ਦੇਣਾ ਬੇਟਾ। ਆਪਣੇ ਆਪ ਜਿਹੜਾ ਹੈ ਕੈਪੈਸਿਟੀ ਜਿਹੜੀ ਹੈ ਕੰਬੀਨੇਸ਼ਨ ਦੀ ਉਹ ਇਨਕਰੀਜ਼ ਹੋ ਜਾਏਗੀ। ਆਓ ਬੇਟਾ ਇਸ ਨੂੰ ਅਸੀਂ ਜਿਹੜਾ ਹੈ ਡਿਟੇਲ ਦੇ ਵਿੱਚ ਸਟੱਡੀ ਕਰਦੇ ਹਾਂ। ਬੇਟਾ ਇਨ ਦਾ ਡਾਇਗਰਾਮ ਯੂ ਆਰ ਸੀਇੰਗ ਦਾ ਪਲੇਟ A, ਦਿਸ ਇਜ਼ ਅ ਕੰਡਕਟਰ, ਉਸ ਦਾ ਨਾਮ ਬੇਟਾ ਅਸੀਂ A ਰੱਖ ਦਿੱਤਾ। ਇਸ ਮੈਟਲ ਪਲੇਟ ਨੂੰ ਅਸੀਂ ਗਰਾਊਂਡ ਤੋਂ ਬੇਟਾ ਇਨਸੂਲੇਟ ਕੀਤਾ ਹੈ, ਗਰਾਊਂਡ ਤੋਂ ਥੋੜਾ ਚਾੜ ਚੁੱਕਿਆ ਬੇਟਾ। ਇਨਸੂਲੇਟਿੰਗ ਪਿਲਰ ਹੈ ਜਿਹਦੇ ਉੱਤੇ ਬੇਟਾ ਅਸੀਂ ਇਹ ਮੈਟਲ ਦੀ ਜਿਹੜੀ ਹੈ ਪਲੇਟ ਅਸੀਂ ਉਹ ਰੱਖ ਦਿੱਤੀ ਹੈ। ਨਾਓ ਇਸ ਪਲੇਟ ਨੂੰ ਪਹਿਲਾਂ ਬੇਟਾ ਅਸੀਂ ਚਾਰਜਡ ਕਰਦੇ ਹਾਂ। ਚਾਰਜ ਕਰਨ ਦਾ ਮਤਲਬ ਹੈ ਕਿ ਇਹਦੇ ਉੱਪਰ ਅਸੀਂ ਚਾਰਜ ਨੂੰ ਸਟੋਰ ਕਰਦੇ ਹਾਂ। ਤੇ ਬੇਟਾ ਚਾਰਜ ਨੂੰ ਸਟੋਰ ਕਰਾਉਣਾ ਹੈ ਤੇ ਸਾਨੂੰ ਬਾਹਰੋਂ ਬੈਟਰੀ ਜਾਂ ਸੈੱਲ ਦੀ ਲੋੜ ਪੈਗੀ, ਕਿਉਂਕਿ ਚਾਰਜ ਦੀ ਸਪਲਾਈ ਬੇਟਾ ਬੈਟਰੀ ਨਹੀਂ ਕਰਨੀ ਹੈ। ਅਸੀਂ ਕੀ ਕਰਦੇ ਹਾਂ, ਇਸ ਕੰਡਕਟਰ ਨੂੰ ਬੈਟਰੀ ਦੇ ਜਾਂ ਸੈੱਲ ਦੇ ਪੋਜ਼ਿਟਿਵ ਟਰਮੀਨਲ ਨਾਲ ਬੇਟਾ ਅਸੀਂ ਜੁਆਇਨ ਕਰ ਦਿੰਦੇ ਹਾਂ ਤੇ ਨੈਗੇਟਿਵ ਟਰਮੀਨਲ ਜਿਹੜਾ ਹੈ ਇਸ ਦਾ ਅਸੀਂ ਅਰਥ ਕਰ ਦਿੱਤਾ ਗਿਆ। ਨਾਓ ਵਾਟ ਵਿਲ ਹੈਪਨ ਬੇਟਾ, ਇਹ ਨਿਊਟਰਲ ਹੈ, ਸਟਾਰਟਿੰਗ ਤੇ ਕੋਈ ਚਾਰਜ ਨਹੀਂ ਹੈ। ਇਹਦੇ ਅੰਦਰ ਜਿੰਨੇ ਇਲੈਕਟ੍ਰੋਨਸ ਹੋਣਗੇ ਉਨੇ ਹੀ ਬੇਟਾ ਅੰਦਰ ਜਿਹੜਾ ਹੈ ਪੋਜ਼ਿਟਿਵ ਚਾਰਜ ਹੈ। ਪੋਜ਼ਿਟਿਵ ਚਾਰਜ ਤੇ ਬੇਟਾ ਬਾਉਂਡ ਹੈ, ਉਹ ਤੇ ਮੂਵ ਨਹੀਂ ਕਰੇਗਾ। ਇਲੈਕਟ੍ਰੋਨ ਜਿਹੜੇ ਤੁਹਾਨੂੰ ਪਤਾ ਬੇਟਾ ਮੂਵ ਕਰਦੇ ਨੇ। ਇਹ ਪੋਜ਼ਿਟਿਵ ਟਰਮੀਨਲ ਜਿਹੜਾ ਹੈ ਬੈਟਰੀ ਦਾ, ਇਹਨੇ ਕੀ ਕਰਨਾ ਬੇਟਾ, ਇਲੈਕਟ੍ਰੋਨ ਜਿਹੜੇ ਨੇ ਆਪਣੇ ਵੱਲ ਇਹਦੇ ਇਹਨੇ ਇਲੈਕਟ੍ਰੋਨ ਖਿੱਚ ਲੈਣੇ ਨੇ। ਜਿਉਂ-ਜਿਉਂ ਬੇਟਾ ਇਹਦੇ ਇਲੈਕਟ੍ਰੋਨ ਆਪਣੇ ਵੱਲ ਅਟਰੈਕਟ ਕਰੇਗਾ ਇਹਦੇ ਉੱਪਰ ਜਿਹੜਾ ਹੈ ਪੋਜ਼ਿਟਿਵ ਚਾਰਜ ਜਿਹੜਾ ਹੈ ਉਹ ਡਿਵੈਲਪ ਹੋਣਾ ਸ਼ੁਰੂ ਹੋ ਜਾਏਗਾ। ਕਿ ਇਲੈਕਟ੍ਰੋਨ ਬੇਟਾ ਲਾਸ ਕਰੇਗਾ ਤੇ ਪਿੱਛੇ ਜਿਹੜਾ ਚਾਰਜ ਜਿਹੜਾ ਇਹਦੇ ਉੱਪਰ ਪੋਜ਼ਿਟਿਵ ਆਉਂਦਾ ਜਾਏਗਾ। ਅਸੀਂ ਬੋਲਾਂਗੇ ਕਿ ਸਾਡੇ ਕੋਲ ਜਿਹੜੀ ਪਲੇਟ ਹੈ ਉਹ ਚਾਰਜਡ ਹੋ ਚੁੱਕੀ ਹੈ। ਵੱਧ ਤੋਂ ਵੱਧ ਇਹਦੇ ਉੱਪਰ ਬੇਟਾ ਜਿੰਨਾ ਚਾਰਜ ਅਸੀਂ ਸਪਲਾਈ ਕਰ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਦੇ ਨਹੀਂ ਸਕਦੇ, ਕਿਉਂਕਿ ਬੇਟਾ ਸਾਰਾ ਕੰਮ ਚੱਲਦਾ ਹੈ ਉਸ ਕੰਡਕਟਰ ਦੀ ਕੈਪੈਸਿਟੀ ਦੇ ਅਕੋਰਡਿੰਗ। ਤੇ ਜੇ ਅਸੀਂ ਇਹਦੇ ਉੱਪਰ ਹੋਰ ਚਾਰਜ ਸਟੋਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕੀ ਹੋਏਗਾ ਬੇਟਾ, ਚਾਰਜ ਜਿਹੜਾ ਹੈ ਉਹ ਲੀਕ ਹੁੰਦਾ ਜਾਏਗਾ 에ਅਰ ਦੇ ਵਿੱਚ। ਜਿੰਨਾ ਚਾਰਜ ਪਿੱਛੋਂ ਆਏਗਾ ਉਹਨਾਂ ਅੱਗੇ ਬੇਟਾ 에ਅਰ ਵਿੱਚ ਜਿਹੜਾ ਹੈ ਚਾਰਜ ਲੀਕ ਕਰੇਗਾ ਤੇ ਬੇਟਾ ਸਪਾਰਕਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਅਸੀਂ ਹੁਣ ਇਸ ਕੰਡਕਟਰ ਦੀ ਕੈਪੈਸਿਟੀ ਵਧਾਈਏ ਤੇ ਕਿਸ ਤਰ੍ਹਾਂ ਵਧਾਈਏ? ਹਾਂਜੀ, ਉਹਦੇ ਵਾਸਤੇ ਕੀ ਕਰਾਂਗੇ ਬੇਟਾ, ਅਸੀਂ ਇੱਕ ਹੋਰ ਸੇਮ ਸਾਈਜ਼ ਦੀ ਮੈਟਲ ਦੀ ਇੱਕ ਪਲੇਟ ਲਈ ਬੇਟਾ, ਜਿਸ ਦਾ ਨਾਮ ਅਸੀਂ B ਰੱਖ ਦਿੱਤਾ। ਇਹਨੂੰ ਵੀ ਗਰਾਊਂਡ ਤੋਂ ਬੇਟਾ ਇਨਸੂਲੇਟ ਕੀਤਾ ਹੋਇਆ। ਇੱਕ ਸੈਕੰਡ ਪਲੇਟ ਲੈ ਕੇ ਇਹਦੇ ਉੱਪਰ ਕੋਈ ਚਾਰਜ ਨਹੀਂ ਹੈ, ਜਸਟ ਇਸ ਕੰਡਕਟਰ ਦੇ ਬੇਟਾ ਨੀਅਰ ਰੱਖ ਦੋ। ਆਹ ਪਲੇਟ ਬੇਟਾ ਆਲਰੇਡੀ ਤੁਹਾਡੇ ਕੋਲ ਹੈ, ਮੈਟਲ ਪਲੇਟ
ਇਹਦੇ ਲਾਗੇ ਇੱਕ ਅਨਚਾਰਜਡ, ਦਿਸ ਇਜ਼ ਅਨਚਾਰਜਡ ਮੈਟਲ ਪਲੇਟ ਬੀ, ਬੇਟਾ ਜਸਟ ਇਹਦੇ ਲਾਗੇ ਖੜੀ ਕਰ ਦੇਣੀ ਹੈ, ਕੁਛ ਨਹੀਂ ਕਰਨਾ। ਆਪਣੇ ਆਪ ਇਸ ਕੰਬੀਨੇਸ਼ਨ ਦੀ ਬੇਟਾ ਜਿਹੜੀ ਕਪੈਸਿਟੀ ਹੈ ਉਹ ਇੰਕਰੀਜ਼ ਹੋ ਜਾਏਗੀ। ਹਾਂਜੀ ਬੇਟਾ ਮੈਂ ਕੀ ਬੋਲਿਆ ਦੁਬਾਰਾ ਸੁਣੋ। ਇੱਕ ਚਾਰਜਡ ਕੰਡਕਟਰ ਹੈ ਜਿਹਦੇ ਤੇ ਆਲਰੇਡੀ ਚਾਰਜ ਹੈ, ਤੇ ਅਸੀਂ ਕੀ ਕੀਤਾ, ਇਹਦੇ ਲਾਗੇ ਇੱਕ ਸਿਮਿਲਰ ਮੈਟਲ ਪਲੇਟ ਬੇਟਾ ਲਾਗੇ ਖੜੀ ਕਰਨੀ ਹੈ, ਬਸ ਹੋਰ ਕੁਝ ਨਹੀਂ ਕਰਨਾ। ਆਪਣੇ ਆਪ ਇਸ ਸਿਸਟਮ ਦੀ ਬੇਟਾ ਜਿਹੜੀ ਹੈ ਕਪੈਸਿਟੀ ਵਧੇਗੀ, ਐਂਡ ਦੈਟ ਅਰੇਂਜਮੈਂਟ ਇਜ਼ ਕਾਲਡ ਕੈਪੈਸੀਟਰ। ਬੇਟਾ ਇਹਨੂੰ ਕੈਪੈਸੀਟਰ ਬੋਲਦੇ ਆ। ਇਹਦਾ ਮਤਲਬ ਕੈਪੈਸੀਟਰ ਦੇ ਵਿੱਚ ਤੁਹਾਡੇ ਕੋਲ ਬੇਟਾ 2 ਪਲੇਟਸ ਹੁੰਦੀਆਂ ਨੇ, ਦੋਨੋਂ ਪਲੇਟਸ ਇੱਕ ਦੂਸਰੇ ਦੇ ਪੈਰਲਲ ਹੁੰਦੀਆਂ ਨੇ, ਤੇ ਥੋੜਾ ਜਿਹਾ ਵਿੱਚ ਬੇਟਾ ਡਿਸਟੈਂਸ ਹੁੰਦਾ ਹੈ। ਹਾਂਜੀ ਬੇਟਾ ਕਲੀਅਰ। ਏਰੀਆ ਦੋਨਾਂ ਪਲੇਟਾਂ ਦਾ ਸੇਮ ਹੋਏਗਾ, ਵਿੱਚ ਥੋੜਾ ਜਿਹਾ ਵਿੱਚ ਬੇਟਾ ਗੈਪ ਹੋਏਗਾ। ਹਾਂਜੀ ਕਲੀਅਰ। ਆਓ ਇਸ ਨੂੰ ਹੁਣ ਫਰਦਰ ਸਟੱਡੀ ਕਰਦੇ ਹਾਂ। ਬੇਟਾ ਇੱਕ ਅਸੀਂ ਵਰਡ ਸੁਣਿਆ ਹੈ ਇੰਡਕਸ਼ਨ। ਜਦੋਂ ਅਸੀਂ ਸਟਾਰਟਿੰਗ ਤੇ ਇਲੈਕਟ੍ਰੋਸਟੈਟਿਕ ਚੈਪਟਰ ਸਟਾਰਟ ਕੀਤਾ ਉਦੋਂ ਆਇਆ ਸੀ ਬੇਟਾ ਸਾਡੇ ਕੋਲ ਵਾਟ ਇਜ਼ ਇਲੈਕਟ੍ਰੋਸਟੈਟਿਕ ਇੰਡਕਸ਼ਨ। ਇੰਡਕਸ਼ਨ ਇਫੈਕਟ ਕੀ ਹੈ? ਇੰਡਕਸ਼ਨ ਇਫੈਕਟ ਕੀ ਹੈ ਬੇਟਾ? ਜਦੋਂ ਇਸ ਪਲੇਟ ਉੱਪਰ ਪੋਜ਼ਿਟਿਵ ਚਾਰਜ ਹੈ, ਜਦੋਂ ਇਹਦੇ ਲਾਗੇ ਬੇਟਾ ਅਨਚਾਰਜਡ ਮੈਟਲ ਪਲੇਟ ਰੱਖੀ, ਇਸ ਪੋਜ਼ਿਟਿਵ ਚਾਰਜ ਨੇ ਕੀ ਕੀਤਾ, ਇਹਦੇ ਜਿਹੜੇ ਇਲੈਕਟ੍ਰੋਨਸ ਨੇ ਆਪਣੇ ਵੱਲ ਬੇਟਾ ਖਿੱਚ ਲਏ ਡਿਊ ਟੂ ਇੰਡਕਸ਼ਨ। ਇਹਨੇ ਉਹਦੇ ਬੇਟਾ ਜਿਹੜੇ ਇਲੈਕਟ੍ਰੋਨਸ ਜਿਹੜੇ ਸੀ ਆਪਣੇ ਵੱਲ ਇਹਨੇ ਅਟਰੈਕਟ ਕਰ ਲਏ ਡਿਊ ਟੂ ਫੋਰਸ ਆਫ ਅਟਰੈਕਸ਼ਨ। ਇਸ ਪ੍ਰੋਸੈਸ ਨੂੰ ਬੋਲਦੇ ਬੇਟਾ ਇੰਡਕਸ਼ਨ। ਇੱਥੇ ਪੋਜ਼ਿਟਿਵ ਚਾਰਜ ਆਪਣੇ ਆਪ ਬੀ ਪਲੇਟ ਦੇ ਬੇਟਾ ਲੈਫਟ ਸਾਈਡ ਦੇ ਉੱਤੇ ਬੇਟਾ ਨੈਗੇਟਿਵ ਚਾਰਜ ਡਿਵੈਲਪ ਹੋਏਗਾ, ਤੇ ਬੇਟਾ ਜਦੋਂ ਸਾਰਾ ਨੈਗੇਟਿਵ ਚਾਰਜ ਇੱਕ ਸਾਈਡ ਤੇ ਆ ਗਿਆ, ਦੂਸਰੀ ਸਾਈਡ ਦੇ ਉੱਤੇ ਬੇਟਾ ਡਿਊ ਟੂ ਡੈਫੀਸ਼ੀਐਂਸੀ ਆਫ ਨੈਗੇਟਿਵ ਚਾਰਜ, ਇੱਥੇ ਨੈਗੇਟਿਵ ਚਾਰਜ ਬੇਟਾ ਨਹੀਂ ਰਿਹਾ, ਸਾਰਾ ਇੱਕ ਪਾਸੇ ਆ ਗਿਆ। ਇਹਦਾ ਮਤਲਬ ਕਿ ਦੂਸਰੀ ਸਾਈਡ ਤੇ ਓਨਾ ਹੀ ਸਾਡੇ ਕੋਲ ਜਿਹੜਾ ਹੈ ਪੋਜ਼ਿਟਿਵ ਚਾਰਜ ਡਿਵੈਲਪ ਹੋ ਜਾਏਗਾ। ਹਾਂਜੀ ਬੇਟਾ ਕਲੀਅਰ। ਡਿਊ ਟੂ ਇੰਡਕਸ਼ਨ the plate B also get charged. On one side there is a negative charge and on the other side there is positive charge. Now ਬੇਟਾ ਜਿਹੜਾ ਨੈਗੇਟਿਵ ਚਾਰਜ ਹੈ ਇਸ ਦਾ ਪੋਟੈਂਸ਼ੀਅਲ ਨੈਗੇਟਿਵ ਹੁੰਦਾ ਹੈ, ਜਿਹੜਾ ਪੋਜ਼ਿਟਿਵ ਚਾਰਜ ਹੈ ਇਸ ਦਾ ਪੋਟੈਂਸ਼ੀਅਲ ਪੋਜ਼ਿਟਿਵ ਹੋਏਗਾ। ਨੈਗੇਟਿਵ ਚਾਰਜ ਨੇ ਕੀ ਕਰਨਾ ਹੈ, ਇਸ ਦੇ ਪੋਟੈਂਸ਼ੀਅਲ ਨੂੰ ਡਿਕਰੀਜ਼ ਕਰਨ ਦੀ ਕੋਸ਼ਿਸ਼ ਕਰਨੀ ਬੇਟਾ, ਕਿਉਂਕਿ ਇਹ ਪੋਜ਼ਿਟਿਵ ਚਾਰਜ ਹੈ, ਇਹ ਨੈਗੇਟਿਵ ਹੈ। ਨੈਗੇਟਿਵ ਚਾਰਜ ਵਿਲ ਟਰਾਈ ਟੂ ਡਿਕਰੀਜ਼ ਦਾ ਪੋਟੈਂਸ਼ੀਅਲ ਆਫ ਪਲੇਟ A। ਪਲੇਟ A ਦੇ ਪੋਟੈਂਸ਼ੀਅਲ ਨੂੰ ਬੇਟਾ ਘਟਾਏਗਾ ਆ ਨੈਗੇਟਿਵ ਚਾਰਜ। ਪਰ ਬੇਟਾ ਇਹਦੇ ਦੂਸਰੀ ਸਾਈਡ ਦੇ ਉੱਤੇ ਪੋਜ਼ਿਟਿਵ ਚਾਰਜ ਵੀ ਡਿਵੈਲਪ ਹੋਇਆ ਹੈ, and that positive charge will try to increase। ਆ ਨੈਗੇਟਿਵ ਬੇਟਾ ਡਿਕਰੀਜ਼ ਕਰਨ ਦੀ ਕੋਸ਼ਿਸ਼ ਕਰੇਗਾ, ਇੱਥੇ ਬੇਟਾ ਮੈਂ ਲਿਖ ਦੇਣਾ। ਤੇ ਜਿਹੜਾ ਪੋਜ਼ਿਟਿਵ ਚਾਰਜ ਹੈ ਇਹਦੇ ਕਰਕੇ ਇਹਦਾ ਜਿਹੜਾ ਹੈ ਪੋਟੈਂਸ਼ੀਅਲ ਜਿਹੜਾ ਹੈ ਇਨਕਰੀਜ਼ ਹੋਏਗਾ। ਇੱਕ ਦਾ ਇਫੈਕਟ ਨੈਗੇਟਿਵ, ਦੂਸਰੇ ਦਾ ਇਫੈਕਟ ਬੇਟਾ ਪੋਜ਼ਿਟਿਵ। ਪਰ ਹੋਏਗਾ ਕੀ, ਇੰਨੇ ਪੋਟੈਂਸ਼ੀਅਲ ਘਟਾਇਆ, ਇੰਨੇ ਪੋਟੈਂਸ਼ੀਅਲ ਬੇਟਾ ਵਧਾ ਦਿੱਤਾ, ਪਰ ਇਹਨਾਂ ਦੋਨਾਂ ਦੇ ਵਿੱਚੋਂ ਸਾਡੇ ਕੋਲ ਕਿਹੜਾ ਚਾਰਜ ਹੈ ਜਿਹੜਾ ਨੀਅਰ ਹੈ ਮੈਟਲ ਪਲੇਟ A ਦੇ? ਬੇਟਾ ਨੈਗੇਟਿਵ ਚਾਰਜ ਜਿਹੜਾ ਹੈ ਇਟ ਇਜ਼ ਨੀਅਰ ਟੂ ਪਲੇਟ A, ਕਿਉਂਕਿ ਬੇਟਾ ਇਸ ਪਲੇਟ ਦੀ ਥੋੜੀ ਜੀ ਥਿਕਨੈਸ ਹੈ। ਇਹ ਥੋੜਾ ਜਿਹਾ ਚਾਰਜ ਬੇਟਾ ਪਿੱਛੇ ਹੋ ਗਿਆ, ਤੇ ਬੇਟਾ ਪੋਟੈਂਸ਼ੀਅਲ ਜਿਹੜਾ ਫਾਰਮੂਲਾ ਸੀ ਪੜਿਆ ਜਿਵੇਂ 1/4 ਪਾਈ ਐਪਸੀਲਨ ਨੋਟ Q/R, ਡਿਸਟੈਂਸ ਦੇ ਬੇਟਾ ਇਨਵਰਸਲੀ। ਇੱਥੇ ਡਿਸਟੈਂਸ ਘੱਟ ਹੋਣ ਕਰਕੇ ਇਹ ਲਾਗੇ ਹੈ ਬੇਟਾ ਚਾਰਜ, ਇਹਦਾ ਮਤਲਬ ਡਿਸਟੈਂਸ ਇਸ ਚਾਰਜ ਦਾ ਘੱਟ ਹੋਣ ਕਰਕੇ ਇਹਦਾ ਪੋਟੈਂਸ਼ੀਅਲ ਇੱਥੇ ਜ਼ਿਆਦਾ ਹੋਏਗਾ, ਤੇ ਪੋਜ਼ਿਟਿਵ ਵਾਲੇ ਦਾ ਇਫੈਕਟ ਬੇਟਾ ਥੋੜਾ ਘੱਟ ਹੋਏਗਾ। ਇੰਨੇ ਪੋਟੈਂਸ਼ੀਅਲ ਘਟਾਇਆ, ਪੋਜ਼ਿਟਿਵ ਚਾਰਜ ਨੇ ਪੋਟੈਂਸ਼ੀਅਲ ਵਧਾਤਾ, ਲੇਕਿਨ ਜ਼ਿਆਦਾ ਇਫੈਕਟ ਨੈਗੇਟਿਵ ਚਾਰਜ ਦਾ ਪਏਗਾ, ਬਿਕੋਜ਼ ਨੈਗੇਟਿਵ ਚਾਰਜ ਇਜ਼ ਨੀਅਰ ਟੂ ਪਲੇਟ A, ਉਹਦਾ ਪੋਟੈਂਸ਼ੀਅਲ ਬੇਟਾ ਜ਼ਿਆਦਾ ਹੋਏਗਾ। ਐਂਡ ਔਨ ਦਾ ਹੋਲ ਕੀ ਹੋਏਗਾ, ਇਸ ਤੋਂ ਬਾਅਦ ਪੋਟੈਂਸ਼ੀਅਲ ਜਿਹੜਾ ਹੈ ਮੈਟਲ ਪਲੇਟ ਦਾ ਥੋੜਾ ਜਿਹਾ ਬੇਟਾ ਪੋਟੈਂਸ਼ੀਅਲ ਜਿਹੜਾ ਹੈ ਉਹ ਲੋ ਹੋ ਜਾਏਗਾ। ਹਾਂਜੀ ਕਲੀਅਰ ਬੇਟਾ, ਇਸ ਚੀਜ਼ ਨੂੰ ਧਿਆਨ ਨਾਲ ਦੇਖਣਾ ਹੈ। ਨੈਗੇਟਿਵ ਚਾਰਜ ਨੇ ਪੋਟੈਂਸ਼ੀਅਲ ਘਟਾਣਾ ਹੈ, ਪੋਜ਼ਿਟਿਵ ਚਾਰਜ ਨੇ ਪੋਟੈਂਸ਼ੀਅਲ ਵਧਾਣਾ ਹੈ। ਨੈਗੇਟਿਵ ਚਾਰਜ ਨੀਅਰ ਹੋਣ ਕਰਕੇ
ਇਹਦਾ ਅਸਰ ਬੇਟਾ ਜ਼ਿਆਦਾ ਹੋਣ ਕਰਕੇ ਇਹਦਾ ਪੋਟੈਂਸ਼ੀਅਲ ਜਿਹੜਾ ਹੈ ਥੋੜਾ ਜਿਹਾ ਘਟ ਜਾਏਗਾ। ਜੇ ਬੇਟਾ ਪੋਟੈਂਸ਼ੀਅਲ ਡਿਕਰੀਜ਼ ਹੋ ਗਿਆ ਤੇ ਸਾਨੂੰ ਬੇਟਾ ਫਾਰਮੂਲੇ ਦੇ ਅਕੋਰਡਿੰਗ ਆਈਏ, C is equal to C ਦੀ ਵੈਲਿਊ ਕੱਢ ਲੈਂਦੇ ਬੇਟਾ CQ divided by V, capacity is equal to charge over potential। पोटेंशियल बेटा डिक्रीज हो गया बेटा, जे पोटेंशियल डिक्रीज हो गया ते अंडरस्टूड है साडी जिहड़ी है फिर कैपेसिटी जिहड़ी है चार्ज स्टोर करन दी कैपेसिटी जिहड़ी है वो इंक्रीज हो गई बेटा। हाँ जी बेटा क्लीयर। इस कंसैप्ट तो देखा तुसी कि पोटेंशियल घटा के असी जिहड़ी है उस कंडक्टर दी जिहड़ी है कैपेसिटी जिहड़ी है वो असी इंक्रीज कर दी है। हुण बेटा असीं इहदे उत्ते ज्यादा चार्ज जिहड़ा है वो स्टोर कर सकते हैं। नाउ इस चार्ज दी बेटा प्रॉब्लम आ रही है, ध्यान नाल देखो। जे असीं पोटेंशियल नूं डिक्रीज कर दईए, जे पोटेंशियल नूं डिक्रीज कर दईए ते कैपेसिटी वधदी है। ਇਹਦਾ मतलब जिन्ना पोटेंशियल असीं ज्यादा डिक्रीज करी जावांगे ओनी साडी कैपेसिटी बेटा वधदी जाएगी। हाँ जी क्लीयर। जिन्ना पोटेंशियल ज्यादा डिक्रीज करांगे ओनी साडी जिहड़ी है कैपेसिटी जिहड़ी है वो वधेगी। ਇਹ बेटा साडे हक च हैगा चार्ज माइनस वाला, ਇਹ ਇਹਦਾ पोटेंशियल डिक्रीज करदा बेटा, ਇਹ पोटेंशियल डिक्रीज करदा सी पर प्रॉब्लम खड़ी करदा बेटा पॉजिटिव चार्ज, ਇਹ पोटेंशियल ਉਹਦਾ ਦੁਬਾਰਾ इंक्रीज कर दिंदा। ਤੇ ਜੇ ਕਿਸੇ ਤਰੀਕੇ ਦੇ ਨਾਲ ਬੇਟਾ ਇਹ ਚਾਰਜ ਨੂੰ ਇੱਥੋਂ ਹਟਾ ਦਿੱਤਾ ਜਾਵੇ, ਜੇ ਇਸ ਚਾਰਜ ਨੂੰ ਅਸੀਂ ਬੇਟਾ ਖਤਮ ਕਰ ਦਈਏ ਤੇ ਸਿਰਫ ਸਾਡੇ ਕੋਲ ਚਾਰਜ ਸਿਰਫ ਰਹੇਗਾ ਬੇਟਾ ਨੈਗੇਟਿਵ। ਤੇ ਬੇਟਾ ਇਸ ਨੈਗੇਟਿਵ ਚਾਰਜ ਕਰਕੇ ਕੀ ਹੋਏਗਾ, ਇਹਦਾ ਪੋਟੈਂਸ਼ੀਅਲ ਬਹੁਤ ਜ਼ਿਆਦਾ ਡਿਕਰੀਜ਼ ਹੋ ਜਾਏਗਾ। ਤੇ ਜਿੰਨਾ ਪੋਟੈਂਸ਼ੀਅਲ ਇਹਦਾ ਜ਼ਿਆਦਾ ਡਿਕਰੀਜ਼ ਹੋਏਗਾ ਓਨੀ ਇਹਦੀ ਜਿਹੜੀ ਕੈਪੈਸਿਟੀ ਹੈ ਬੇਟਾ ਉਹ ਵੱਧ ਜਾਏਗੀ। ਆਓ ਹੁਣ ਦੇਖਦੇ ਹਾਂ ਕਿ ਇਸ ਪੋਜ਼ਿਟਿਵ ਚਾਰਜ ਨੂੰ ਅਸੀਂ ਬੇਟਾ ਖਤਮ ਕਿਵੇਂ ਕਰ ਸਕਦੇ ਹਾਂ। ਨਾਓ बेटा जे इस प्लेट नूं असी अर्थ कर दईए, अर्थ दा बेटा सिंबल हुंदा है, जे इस प्लेट नूं किसी वायर दे नाल बेटा अर्थ दे नाल अटैच कर दईए ते अपने आप की होएगा बेटा अर्थ दी जिहड़ी है कैपेसिटी ते बहुत ज्यादा है, जिन्ना मर्जी चार्ज बेटा स्टोर कर सकती है। यह सारा दा सारा चार्ज जिहड़ा है बेटा अर्थ विच जिहड़ा फ्लो कर जाएगा। ਜਦੋਂ ਇਹ ਸਾਰਾ ਦਾ ਸਾਰਾ ਚਾਰਜ ਬੇਟਾ ਅਰਥ ਵਿੱਚ ਫਲੋ ਕਰ ਗਿਆ ਤੇ ਸਾਡੇ ਕੋਲ ਇੱਥੇ ਬੇਟਾ ਜਿਹੜਾ ਚਾਰਜ ਹੈ ਉਹ ਨਹੀਂ ਬਚੇਗਾ। ਐਂਡ ਵੀ ਗੈਟ the diagram like this. There is no charge on the outer surface of metal plate B. metal plate B ਦੇ outer side ਦੇ ਉੱਤੇ ਸਾਡੇ ਕੋਲ ਬੇਟਾ ਕੋਈ ਚਾਰਜ ਨਹੀਂ ਰਹੇਗਾ ਜੇਕਰ ਅਸੀਂ ਇਸ ਨੂੰ ਅਰਥ ਕਰ ਦਿੰਦੇ ਹਾਂ। ਹਾਂਜੀ ਬੇਟਾ ਕਲੀਅਰ। ਤੇ ਜੇ ਇੱਥੇ ਚਾਰਜ ਨਹੀਂ ਹੈ ਤੇ ਸਿਰਫ ਬੇਟਾ ਸਾਡੇ ਕੋਲ ਇੱਕ ਨੈਗੇਟਿਵ ਚਾਰਜ ਹੀ ਬਚਿਆ ਤੇ ਇਸ ਨੇ ਕੀ ਕਰਨਾ ਹੈ, ਇਸ ਦੇ ਪੋਟੈਂਸ਼ੀਅਲ ਨੂੰ ਡਿਕਰੀਜ਼ ਕਰਨਾ ਹੈ। ਤੇ ਜੇ ਬੇਟਾ ਪੋਟੈਂਸ਼ੀਅਲ ਡਿਕਰੀਜ਼ ਹੋਏਗਾ ਤੇ ਅੰਡਰਸਟੂਡ ਹੈ ਓਨੀ ਹੀ ਸਾਡੀ ਜਿਹੜੀ ਹੈ ਕੈਪੈਸਿਟੀ ਹੈ ਉਹ ਜ਼ਿਆਦਾ ਵਧੇਗੀ। ਜਿੰਨਾ ਪੋਟੈਂਸ਼ੀਅਲ ਘਟ ਜਾਏਗਾ ਓਨੀ ਕੈਪੈਸਿਟੀ ਸਾਡੀ ਜਿਹੜੀ ਹੈ ਉਹ ਜ਼ਿਆਦਾ ਵਧੇਗੀ, ਅਸੀਂ ਜ਼ਿਆਦਾ ਚਾਰਜ ਨੂੰ ਸਟੋਰ ਕਰ ਸਕਦੇ ਹਾਂ। एंड दिस इज द प्रिंसिपल ऑफ कैपेसिटर। बेटा कैपेसिटर बनता किस तरह है, कैपेसिटर दो प्लेटा का बनता है, एक प्लेट के ऊपर पॉजिटिव चार्ज होएगा ते दूसरी प्लेट जिहड़ी है ਉਹਦੇ ऊपर नेगेटिव चार्ज होएगा ते बेटा दूसरी प्लेट ਨੂੰ ਅਸੀਂ ਜਿਹੜਾ ਹੈ अर्थ करना जरूरी है। जे अर्थ नहीं करांगे कि यह कैपेसिटर नहीं होएगा, कैपेसिटर ते होएगा बेटा बट ਉਹਦੀ कैपेसिटी ਇੰਨੀ ਜ਼ਿਆਦਾ नहीं होएगी। जे अर्थ करोगे तो ਇਹਦੀ ਜਿਹੜੀ ਹੈ कैपेसिटी ਜਿਹੜੀ ਹੈ ਉਹ ਜ਼ਿਆਦਾ ਆਏਗੀ ਸਾਡੀ। ਹਾਂਜੀ ਬੇਟਾ ਕਲੀਅਰ। ਹੁਣ ਇਹਦਾ ਪ੍ਰਿੰਸੀਪਲ ਨੂੰ ਬੇਟਾ ਅਸੀਂ ਜਸਟ ਇੱਕ ਲਾਈਨ ਦੇ ਵਿੱਚ ਜਿਹੜਾ ਹੈ ਅਸੀਂ ਲਿਖ ਲੈਨੇ ਆ ਕਿ ਵਾਟ ਇਜ਼ ਦਾ ਪ੍ਰਿੰਸੀਪਲ ਆਫ ਕੈਪੈਸਿਟਰ। ਬੇਟਾ ਇੱਕ ਲਾਈਨ ਹੈ ਸਿੰਪਲ ਜਿਸ ਨੂੰ ਅਸੀਂ ਯਾਦ ਰੱਖਣਾ ਹੈ। when an uncharged conductor is placed अनचार्जड, बेटा इत्थे नाल तुसी अर्थ दे लिख लो, अर्थ करना जरूरी है। when an uncharged earthed conductor is placed near
the charged conductor, near the charged conductor, then the capacity of the combination increases. Then capacity of the combination increases. Capacity of the combination increases. हाँ जी बेटा क्लियर। ਇਹ ਸਾਡਾ ਬੇਟਾ ਪ੍ਰਿੰਸੀਪਲ ਹੈ। ਜਦੋਂ ਅਨਚਾਰਜਡ ਕੰਡਕਟਰ ਜਿਹੜਾ ਹੈ ਜਿਹਨੂੰ ਅਰਥ ਕੀਤਾ ਹੋਇਆ ਹੈ ਇਹਨੂੰ ਅਸੀਂ ਚਾਰਜਡ ਕੰਡਕਟਰ ਦੇ ਬੇਟਾ ਨੀਅਰ ਰੱਖ ਦਾਂਗੇ ਤੇ ਆਪਣੇ ਆਪ ਜਿਹੜੀ ਹੈ ਕੰਬੀਨੇਸ਼ਨ ਦੀ ਜਿਹੜੀ ਕੈਪੈਸਿਟੀ ਜਿਹੜੀ ਹੈ ਉਹ ਇਨਕਰੀਜ਼ ਹੋ ਜਾਏਗੀ। ਨਾਓ ਇੱਕ ਕੁਐਸਚਨ ਹੈ, ਜੇਕਰ ਬੇਟਾ ਸਾਡੇ ਕੋਲ ਇੱਕ ਸਿੰਗਲ ਪਲੇਟ ਹੈ, ਮੰਨ ਲਓ ਇਹ ਪਲੇਟ ਸਿੰਗਲ ਹੈ, ਇਹ ਵੀ ਬੇਟਾ ਆਪਣੇ ਉੱਪਰ ਚਾਰਜ ਸਟੋਰ ਕਰ ਸਕਦੀ ਹੈ, ਕੀ ਇਸ ਨੂੰ ਅਸੀਂ ਕੈਪੈਸਿਟਰ ਕਹਿ ਸਕਦੇ ਹਾਂ? ਕੀ ਇਸ ਨੂੰ ਕੈਪੈਸਿਟਰ ਕਹਿਣਾ ਜਾਇਜ਼ ਹੋਏਗਾ? ਯੈਸ, ਯੂ ਕੈਨ ਸੇ ਇਟ ਆਲਸੋ ਅ ਕੈਪੈਸਿਟਰ। ਇਹਨੂੰ ਵੀ ਬੇਟਾ ਅਸੀਂ ਜਿਹੜਾ ਹੈ ਕੈਪੈਸਿਟਰ ਕਹਾਂਗੇ। ਅਸੀਂ ਮੰਨ ਕੇ ਚੱਲਾਂਗੇ ਕਿ ਇਹਦੀ ਜਿਹੜੀ ਦੂਸਰੀ ਪਲੇਟ ਹੈ ਉਹ ਇਨਫਾਈਨਾਈਟ ਡਿਸਟੈਂਸ ਤੇ ਹੈ, ਬਹੁਤ ਦੂਰ ਪਈ ਹੈ ਬੇਟਾ, ਐਟ ਇਨਫਾਈਨਾਈਟ ਡਿਸਟੈਂਸ ਅਪਾਰਟ। ਦੂਸਰੀ ਪਲੇਟ ਬੇਟਾ ਦੀ ਬਹੁਤ ਦੂਰ ਹੈ, ਜਿਹਦਾ ਇਹਦੇ ਉੱਤੇ ਬੇਟਾ ਕੋਈ ਅਸਰ ਨਹੀਂ ਪੈ ਰਿਹਾ, ਇਹਦਾ ਇੰਡਕਸ਼ਨ ਇਫੈਕਟ ਨਹੀਂ ਹੋ ਰਿਹਾ, ਇਸ ਕਰਕੇ ਇਹਦੀ ਬੇਟਾ ਕੈਪੈਸਿਟੀ ਘੱਟ ਹੈ। ਹੈਗਾ ਆ ਵੀ ਕੈਪੈਸਿਟਰ ਹੀ ਹੈ। ਇਹਦਾ ਮਤਲਬ ਯੂ ਕੈਨ ਸੇ ਦ ਕੈਪੈਸਿਟੀ ਆਫ ਏ ਕੰਡਕਟਰ ਐਜ਼ ਏ ਕੈਪੈਸਿਟਰ। ਇਹਨੂੰ ਵੀ ਕੈਪੈਸਿਟਰ ਕਹਿ ਸਕਦੇ ਹਾਂ, ਬਟ ਸਾਨੂੰ ਮੰਨਣਾ ਪਏਗਾ ਕਿ ਇਹਦੀ ਜਿਹੜੀ ਸੈਕੰਡ ਪਲੇਟ ਹੈ ਜਿਹਨੂੰ ਅਰਥ ਕੀਤਾ ਹੋਇਆ ਇਟ ਇਜ਼ ਐਟ ਇਨਫਾਈਨਾਈਟ ਡਿਸਟੈਂਸ ਅਪਾਰਟ, ਜਿਹੜੀ ਸਾਨੂੰ ਬੇਟਾ ਨਜ਼ਰ ਨਹੀਂ ਆ ਰਹੀ। ਜੇ ਉਹ ਪਲੇਟ ਨੂੰ ਬੇਟਾ ਚੁੱਕ ਕੇ ਲਾਗੇ ਲਿਆਈ ਜਾਵਾਂਗੇ ਤੇ ਬਿਲਕੁਲ ਲਾਗੇ ਲੈ ਕੇ ਖੜੇ ਕਰ ਦਾਂਗੇ, ਬੇਟਾ ਸੇਮ ਇਫੈਕਟ ਦੇ ਅਕੋਰਡਿੰਗ ਇਹਦਾ ਪੋਟੈਂਸ਼ੀਅਲ ਡਿਕਰੀਜ਼ ਹੋਏਗਾ ਤੇ ਬੇਟਾ ਇਹਦੀ ਜਿਹੜੀ ਕੈਪੈਸਿਟੀ ਹੈ ਉਹ ਵਧਣੀ ਸ਼ੁਰੂ ਹੋ ਜਾਏਗੀ। ਹਾਂਜੀ ਬੇਟਾ ਕਲੀਅਰ। ਹੁਣ ਸਾਡੇ ਕੋਲ ਬੇਟਾ ਕੈਪੈਸਿਟਰ ਤਿੰਨ ਤਰ੍ਹਾਂ ਦੇ ਕੈਪੈਸਿਟਰ ਆਉਂਦੇ ਨੇ। ਇੱਕ ਹੋਏਗਾ ਪੈਰਲਲ ਪਲੇਟ ਕੈਪੈਸਿਟਰ, ਜਿਹਦੇ ਚ ਦੋ ਪਲੇਟਸ ਹੋਣਗੀਆਂ ਇੱਕ ਦੂਸਰੇ ਦੇ ਪੈਰਲਲ ਖੜੀਆਂ ਕਰਾਂਗੇ। ਦੂਸਰੀ ਗੱਲ, ਇੱਕ ਸਾਡੇ ਕੋਲ ਆਏਗਾ ਸਫੈਰਿਕਲ ਕੈਪੈਸਿਟਰ, ਇੱਕ ਛੋਟਾ ਹੋਏਗਾ ਬੇਟਾ ਸਫੀਅਰ, ਉਹਦੇ ਅਰਾਊਂਡ ਹੀ ਇੱਕ ਜਿਹੜਾ ਹੈ ਦੂਸਰਾ ਸਫੀਅਰ ਹੋਏਗਾ ਜਿਹਨੂੰ ਅਰਥ ਕੀਤਾ ਹੋਏਗਾ। ਇੱਕ ਸਾਡੇ ਕੋਲ ਬੇਟਾ ਸਿਲੰਡਰੀਕਲ ਕੈਪੈਸਿਟਰ ਆਉਂਦਾ। ਤਿੰਨ ਤਰ੍ਹਾਂ ਦੇ ਕੈਪੈਸਿਟਰ ਜਿਹੜੇ ਨੇ ਆਪਾਂ ਪੜਾਂਗੇ। ਇੱਕ ਪੈਰਲਲ ਪਲੇਟ ਕੈਪੈਸਿਟਰ ਐਂਡ ਦਾ ਸੈਕੰਡ ਵਨ ਇਜ਼ ਦਾ ਸਫੈਰਿਕਲ ਕੈਪੈਸਿਟਰ ਐਂਡ ਦਾ ਥਰਡ ਵਨ ਵਿਲ ਬੀ ਦਾ ਸਿਲੰਡਰੀਕਲ ਕੈਪੈਸਿਟਰ। ਇਹਨਾਂ ਤਿੰਨਾਂ ਕੈਪੈਸਿਟਰ ਦੀ ਬੇਟਾ ਸ਼ੇਪ 'ਚ ਫਰਕ ਹੈ ਤੇ ਅਸੀਂ ਸਟਾਰਟਿੰਗ ਤੇ ਕਿਹਾ ਸੀ ਕਿ ਜਿਹੜਾ ਕੈਪੈਸਿਟੀ ਹੈ ਉਹ ਸ਼ੇਪ ਦੇ ਉੱਪਰ ਡਿਪੈਂਡ ਕਰਦੀ ਹੈ। ਕੈਪੈਸਿਟੀ ਜਿਹੜੀ ਹੈ ਉਹਦੇ ਏਰੀਆ ਤੇ, ਉਹਦੇ ਸਾਈਜ਼ ਦੇ ਉੱਪਰ ਬੇਟਾ ਡਿਪੈਂਡ ਕਰਦੀ ਹੈ। ਕੈਪੈਸਿਟੀ ਜਿਹੜੀ ਹੈ ਆਲਸੋ ਡਿਪੈਂਡ ਔਨ ਦਾ ਮੀਡੀਅਮ ਇਨ ਵਿਚ ਦਾ ਕੈਪੈਸਿਟਰ ਜਿਹੜਾ ਹੈ ਉਹ ਪ੍ਰੈਜ਼ੈਂਟ ਹੈ। ਅੰਦਰ ਜਿਹੜਾ ਹੈ ਮੀਡੀਅਮ ਕਿਸ ਤਰ੍ਹਾਂ ਦਾ ਹੈ, ਜਿਹੜੀ ਦੋ ਪਲੇਟਸ ਨੇ ਜਿਹੜੀਆਂ ਬੇਟਾ ਇਹਦੇ ਅੰਦਰ 에ਅਰ ਹੈ ਕਿ ਅੰਦਰ ਕੋਈ ਇਨਸੂਲੇਟਿੰਗ ਮਟੀਰੀਅਲ ਹੈ, ਕੋਈ ਕੰਡਕਟਿੰਗ ਮਟੀਰੀਅਲ ਹੈ, ਉਹਦੇ ਅਕੋਰਡਿੰਗ ਬੇਟਾ ਇਹਨਾਂ ਦੀ ਜਿਹੜੀ ਹੈ ਕੈਪੈਸਿਟੀ ਜਿਹੜੀ ਹੈ ਉਹ ਡਿਸਾਈਡ ਹੁੰਦੀ ਹੈ। ਹਾਂਜੀ ਬੇਟਾ ਕਲੀਅਰ। ਜਿੰਨਾ ਚਾਰਜ ਕੈਪੈਸਿਟਰ ਦੀ ਬੇਟਾ ਇੱਕ ਪਲੇਟ ਤੇ ਆਏਗਾ ਓਨਾ ਹੀ ਨੈਗੇਟਿਵ ਚਾਰਜ ਕੈਪੈਸਿਟਰ ਦੀ ਦੂਸਰੀ ਪਲੇਟ ਤੇ ਆਏਗਾ ਤੇ ਟੋਟਲ ਨੈਟ ਚਾਰਜ ਔਨ ਦਾ ਕੈਪੈਸਿਟਰ ਵਿਲ ਬੀ 0। ਬੇਟਾ ਨੈਟ ਚਾਰਜ ਜਿਹੜਾ ਹੈ ਇਹ ਯਾਦ ਰੱਖਣਾ ਹੈ, ਕੈਪੈਸਿਟਰ ਦੇ ਉੱਪਰ ਨੈਟ ਚਾਰਜ 0 ਹੈ। ਬੇਟਾ ਜੇ ਨੈਟ ਚਾਰਜ 0 ਹੈ ਤੇ ਅਸੀਂ ਫਿਰ ਕਿਉਂ ਕਹਿੰਦੇ ਹਾਂ ਕਿ ਕੈਪੈਸਿਟਰ ਉੱਪਰ ਚਾਰਜ ਕਿਊ ਸਟੋਰ ਹੋ ਗਿਆ? ਬੇਟਾ ਜਿਹੜਾ ਕਿਊ ਜਿਹੜਾ ਚਾਰਜ ਸਟੋਰ ਹੋਇਆ ਉਹ ਚਾਰਜ ਹੈ ਪਲੇਟ A ਦਾ ਤੇ ਨੈਗੇਟਿਵ ਚਾਰਜ ਜਿਹੜਾ ਹੈ ਉਹ ਪਲੇਟ B ਦਾ ਹੈ। ਉਹ ਵੱਖਰੀ ਵੱਖਰੀ ਪਲੇਟ ਦੀ ਵੱਖਰੀ ਵੱਖਰੀ ਕੈਪੈਸਿਟੀ ਹੈ ਤੇ ਦੋਨਾਂ ਦਾ ਜਿਹੜਾ ਨੈਟ ਚਾਰਜ ਹੈ ਕੈਪੈਸਿਟਰ ਦਾ ਉਹ 0 ਹੈ। ਤੇ ਬੇਟਾ ਜਿਹੜਾ V ਹੈ, V ਕੱਲ ਅਸੀਂ ਬੇਟਾ ਬੋਲਿਆ ਸੀ V ਇਜ਼ ਅ ਪੋਟੈਂਸ਼ੀਅਲ ਡਿਵੈਲਪ, ਕਿਉਂਕਿ ਕੱਲ ਕੰਡਕਟਰ ਸੀ ਸਿੰਪਲ ਇੱਕ ਪਲੇਟ ਕੰਡਕਟਰ। ਵੈਸੇ ਜਿਹੜਾ ਇਹ V ਹੈ ਇਟ ਇਜ਼ ਪੋਟੈਂਸ਼ੀਅਲ ਡਿਫਰੈਂਸ। This is the potential difference between two plate of the capacitor. V is the potential difference between two plates of the capacitor. And what is the value of V? बेटा जी V ਦੀ ਜਿਹੜੀ value ਹੋਏਗੀ ਉਹ ਕਿੰਨੀ ਆਏਗੀ? ਸਾਡੇ ਕੋਲ V will be equal to V plus minus V negative। ਇਹਨਾਂ ਦੋਨਾਂ ਦੇ potential ਦਾ ਬੇਟਾ difference ਹੋਏਗਾ V plus
ਐਂਡ V ਨੈਗੇਟਿਵ। ਤੇ ਕਈ ਵਾਰੀ ਬੇਟਾ ਇਹਨੂੰ ਸ਼ਾਰਟਕਟ ਚ ਅਸੀਂ ਪੋਟੈਂਸ਼ੀਅਲ ਆਫ ਏ ਕਪੈਸਿਟਰ ਬੋਲ ਦਿੰਦੇ ਆ। ਐਕਚੁਅਲੀ ਹੈ ਪੋਟੈਂਸ਼ੀਅਲ ਡਿਫਰੈਂਸ ਹੈ ਬਿਟਵੀਨ ਦਾ ਟੂ ਮੈਟੈਲਿਕ ਪਲੇਟਸ ਆਫ ਦਾ ਕਪੈਸਿਟਰ। ਨਾਓ ਇਸ ਤੋਂ ਬਾਅਦ ਬੇਟਾ ਅਸੀਂ ਜਿਹੜਾ ਨੈਕਸਟ ਆਰਟੀਕਲ ਜਿਹੜਾ ਹੈ ਉਹ ਅਸੀਂ ਸਟੱਡੀ ਕਰਾਂਗੇ, ਜਿਹਦੇ ਵਿੱਚ ਅਸੀਂ ਪੈਰਲਲ ਪਲੇਟ ਕਪੈਸਿਟਰ ਦੀ ਜਿਹੜੀ ਹੈ ਕਪੈਸਿਟੀ ਜਿਹੜੀ ਹੈ ਉਹ ਫਾਈਂਡ ਆਊਟ ਕਰਾਂਗੇ। ਨਾਓ ਜੇ ਬੇਟਾ ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਮੇਰਾ ਚੈਨਲ ਜਿਹੜਾ ਹੈ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਬੇਟਾ ਜਰੂਰ ਲਾਈਕ ਕਰਿਓ। ਥੈਂਕ ਯੂ।